ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਵਿਸ਼ਵ ਦੇ ਸਭ ਤੋਂ ਵੱਡੇ ਤੇ ਜੀਵੰਤ ਲੋਕਤੰਤਰ ਦੇ ਸਾਰੇ ਨਾਗਰਿਕਾਂ ਨੂੰ ਦੇਸ਼ ਦੇ 72ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਦੀ ਹਾਰਦਿਕ ਮੁਬਾਰਕਬਾਦ। ਵਿਭਿੰਨਤਾਵਾਂ ਨਾਲ ਭਰਪੂਰ ਸਾਡੇ ਦੇਸ਼ ਵਿੱਚ ਅਨੇਕਾਂ ਤਿਉਹਾਰ ਮਨਾਏ ਜਾਂਦੇ ਨੇ, ਪਰ ਸਾਡੇ ਰਾਸ਼ਟਰੀ ਤਿਉਹਾਰਾਂ ਨੂੰ ਸਾਰੇ ਦੇਸ਼ਵਾਸੀ ਰਾਸ਼ਟਰ ਪ੍ਰੇਮ ਦੀ ਭਾਵਨਾ ਨਾਲ ਮਨਾਉਂਦੇ ਨੇ। ਗਣਤੰਤਰ ਦਿਵਸ ਦਾ ਰਾਸ਼ਟਰੀ ਤਿਉਹਾਰ ਵੀ ਅਸੀਂ ਪੂਰੇ ਉਤਸ਼ਾਹ ਨਾਲ ਮਨਾਉਂਦੇ ਹੋਏ ਆਪਣੇ ਰਾਸ਼ਟਰੀ ਝੰਡੇ ਅਤੇ ਸੰਵਿਧਾਨ ਪ੍ਰਤੀ ਸਤਿਕਾਰ ਅਤੇ ਭਰੋਸਾ ਦਰਸਾਉਂਦੇ ਹਾਂ। ਅੱਜ ਦਾ ਦਿਨ ਦੇਸ਼ ਵਿਦੇਸ਼ 'ਚ ਰਹਿਣ ਵਾਲੇ ਸਾਰੇ ਭਾਰਤੀਆਂ ਲਈ ਬਹੁਤ ਮਹੱਤਵਪੂਰਨ ਹੈ। ਅੱਜ ਹੀ ਦੇ ਦਿਨ 71 ਸਾਲ ਪਹਿਲਾਂ ਅਸੀਂ ਭਾਰਤ ਦੇ ਲੋਕਾਂ ਨੇ ਆਪਣੇ ਵਿਲੱਖਣ ਸੰਵਿਧਾਨ ਨੂੰ ਅਪਣਾਇਆ, ਅਧਿਨਿਯਮਿਤ ਅਤੇ ਲਾਗੂ ਕੀਤਾ ਸੀ। ਇਸ ਲਈ ਅੱਜ ਸਾਡੇ ਸਾਰਿਆਂ ਲਈ ਸੰਵਿਧਾਨ ਦੀਆਂ ਮੁੱਢਲੀਆਂ ਕਦਰਾਂ ਕੀਮਤਾਂ ਉੱਤੇ ਗਹਿਰਾਈ ਨਾਲ ਵਿਚਾਰ ਕਰਨ ਦਾ ਮੌਕਾ ਹੈ। ਸੰਵਿਧਾਨ ਦੀ ਪ੍ਰਸਤਾਵਨਾ 'ਚ ਉਲੀਕੀਆਂ ਨਿਆਂ, ਸੁਤੰਤਰਤਾ, ਬਰਾਬਰਤਾ ਅਤੇ ਭਾਈਚਾਰੇ ਦੀਆਂ ਕਦਰਾਂ ਕੀਮਤਾਂ ਸਾਡੇ ਲਈ ਪਵਿੱਤਰ ਆਦਰਸ਼ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਸਿਰਫ ਸ਼ਾਸਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਲੋਕ ਹੀ ਨਹੀਂ, ਬਲਕਿ ਅਸੀਂ ਸਾਰੇ ਆਮ ਨਾਗਰਿਕ ਵੀ ਇਹਨਾਂ ਆਦਰਸ਼ਾਂ ਦਾ ਦ੍ਰਿੜਤਾ ਅਤੇ ਤਨਦੇਹੀ ਨਾਲ ਪਾਲਣ ਕਰੀਏ। ਲੋਕਤੰਤਰ ਨੂੰ ਆਧਾਰ ਪ੍ਰਦਾਨ ਕਰਨ ਵਾਲੀਆਂ ਇਹਨਾਂ ਚਾਰ ਧਾਰਨਾਵਾਂ ਨੂੰ ਸੰਵਿਧਾਨ ਦੇ ਆਰੰਭ ਵਿੱਚ ਹੀ ਪ੍ਰਮੁੱਖਤਾ ਨਾਲ ਰੱਖਣ ਦਾ ਫੈਸਲਾ ਸਾਡੇ ਬੁੱਧੀਮਾਨ ਸੰਵਿਧਾਨ ਨਿਰਮਾਤਾਵਾਂ ਨੇ ਬਹੁਤ ਸੋਚ ਸਮਝ ਕੇ ਲਿਆ ਸੀ। ਇਹਨਾਂ ਆਦਰਸ਼ਾਂ ਨੇ ਹੀ ਸਾਡੀ ਆਜ਼ਾਦੀ ਦੀ ਲੜਾਈ ਨੂੰ ਸਹੀ ਦਿਸ਼ਾ ਦਿਖਾਈ ਸੀ। ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ, ਮਹਾਤਮਾ ਗਾਂਧੀ ਅਤੇ ਸੁਭਾਸ਼ ਚੰਦਰ ਬੋਸ ਵਰਗੇ ਅਨੇਕਾਂ ਮਹਾਨ ਲੋਕ ਨਾਇਕਾਂ ਅਤੇ ਵਿਚਾਰਕਾਂ ਨੇ ਸਾਡੀ ਆਜ਼ਾਦੀ ਦੀ ਲੜਾਈ ਨੂੰ ਪ੍ਰੇਰਿਤ ਕੀਤਾ ਸੀ। ਮਾਤ ਭੂਮੀ ਦੇ ਸੁਨਹਿਰੀ ਭਵਿੱਖ ਪ੍ਰਤੀ ਉਹਨਾਂ ਦੀ ਸੋਚ ਵੱਖਰੀ ਵੱਖਰੀ ਸੀ, ਪਰ ਨਿਆਂ, ਸੁਤੰਤਰਤਾ, ਬਰਾਬਰਤਾ ਅਤੇ ਭਾਈਚਾਰੇ ਦੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੇ ਸੁਪਨਿਆਂ ਨੂੰ ਇੱਕ ਸੂਤਰ ਵਿੱਚ ਪਿਰੋਣ ਦਾ ਕੰਮ ਕੀਤਾ। ਮੈਂ ਸੋਚਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਅਤੀਤ 'ਚ ਹੋਰ ਪਿੱਛੇ ਜਾ ਕੇ ਇਹ ਜਾਣਨ ਦਾ ਯਤਨ ਕਰਨਾ ਚਾਹੀਦਾ ਕਿ ਇਹ ਕਦਰਾਂ ਕੀਮਤਾਂ ਸਾਡੇ ਰਾਸ਼ਟਰ ਦੇ ਨਿਰਮਾਤਾਵਾਂ ਲਈ ਆਦਰਸ਼ ਕਿਉਂ ਬਣੀਆਂ। ਇਸ ਦਾ ਉੱਤਰ ਸਪਸ਼ਟ ਹੈ ਕਿ ਆਦਿ ਕਾਲ ਤੋਂ ਇਹ ਧਰਤੀ ਅਤੇ ਇੱਥੋਂ ਦੀ ਸੱਭਿਅਤਾ ਇਹਨਾਂ ਕਦਰਾਂ ਕੀਮਤਾਂ ਨੂੰ ਸੰਜੋਂਦੀ ਰਹੀ ਹੈ। ਨਿਆਂ, ਸੁਤੰਤਰਤਾ, ਬਰਾਬਰੀ ਅਤੇ ਭਾਈਚਾਰਾ ਸਾਡੇ ਜੀਵਨ ਦਰਸ਼ਨ ਦੇ ਸਦੀਵੀ ਸਿਧਾਂਤ ਨੇ। ਇਹਨਾਂ ਦਾ ਬੇਰੋਕ ਵਰਤਾਰਾ ਸਾਡੀ ਸੱਭਿਅਤਾ ਦੀ ਸ਼ੁਰੂਆਤ ਤੋਂ ਹੀ ਸਾਡੇ ਸਾਰਿਆਂ ਦੇ ਜੀਵਨ ਨੂੰ ਖੁਸ਼ਹਾਲ ਕਰਦਾ ਰਿਹਾ ਹੈ। ਹਰ ਨਵੀਂ ਪੀੜ੍ਹੀ ਦੀ ਇਹ ਜ਼ਿੰਮੇਵਾਰੀ ਹੈ ਕਿ ਵਕਤ ਅਨੁਸਾਰ ਇਹਨਾਂ ਕਦਰਾਂ ਕੀਮਤਾਂ ਦੀ ਸਾਰਥਕਤਾ ਨੂੰ ਸਥਾਪਿਤ ਕਰੇ। ਸਾਡੇ ਆਜ਼ਾਦੀ ਘੁਲਾਟੀਆਂ ਨੇ ਆਪਣੇ ਸਮੇਂ 'ਚ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਸੀ। ਉਸੇ ਤਰੀਕੇ ਨਾਲ ਅਸੀਂ ਵੀ ਅੱਜ ਦੇ ਵਕਤ ਅਨੁਸਾਰ ਇਹਨਾਂ ਕਦਰਾਂ ਕੀਮਤਾਂ ਨੂੰ ਸਾਰਥਕ ਅਤੇ ਉਪਯੋਗੀ ਬਣਾਉਣਾ ਹੈ। ਇਹਨਾਂ ਸਿਧਾਂਤਾਂ ਨਾਲ ਰੌਸ਼ਨ ਰਾਹ ਅਤੇ ਸਾਡੀ ਤਰੱਕੀ ਦਾ ਸਫ਼ਰ ਲਗਾਤਾਰ ਅਗਾਂਹ ਵੱਧਦਾ ਰਹਿਣਾ ਚਾਹੀਦਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਇੰਨੀ ਵੱਡੀ ਵਸੋਂ ਵਾਲੇ ਸਾਡੇ ਦੇਸ਼ ਨੂੰ ਅੰਨ ਅਤੇ ਦੁੱਧ ਉਤਪਾਦਾਂ 'ਚ ਆਤਮ ਨਿਰਭਰ ਬਣਾਉਣ ਵਾਲੇ ਸਾਡੇ ਕਿਸਾਨ ਭੈਣ ਭਰਾਵਾਂ ਦਾ ਸਾਰੇ ਦੇਸ਼ਵਾਸੀ ਦਿਲੋਂ ਸਤਿਕਾਰ ਕਰਦੇ ਨੇ। ਮਾੜੇ ਕੁਦਰਤੀ ਹਾਲਾਤਾਂ ਅਤੇ ਅਨੇਕਾਂ ਚੁਣੌਤੀਆਂ ਅਤੇ ਕੋਵਿਡ ਦੀ ਮਹਾਂਮਾਰੀ ਦੇ ਬਾਵਜੂਦ ਸਾਡੇ ਕਿਸਾਨ ਭੈਣ ਭਰਾਵਾਂ ਨੇ ਖੇਤੀ ਉਤਪਾਦਨ 'ਚ ਕੋਈ ਕਮੀ ਨਹੀਂ ਆਉਣ ਦਿੱਤੀ। ਇਹ ਆਭਾਰੀ ਦੇਸ਼ ਸਾਡੇ ਅੰਨਦਾਤਾ ਕਿਸਾਨਾਂ ਦੇ ਕਲਿਆਣ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ। ਜਿਸ ਤਰ੍ਹਾਂ ਸਾਡੇ ਮਿਹਨਤੀ ਕਿਸਾਨ ਦੇਸ਼ 'ਚ ਅੰਨ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸਫਲ ਰਹੇ ਨੇ, ਉਸੇ ਤਰ੍ਹਾਂ ਸਾਡੀਆਂ ਫੌਜਾਂ ਦੇ ਬਹਾਦਰ ਜਵਾਨ ਸਖਤ ਹਾਲਾਤਾਂ 'ਚ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਦੇ ਰਹੇ ਨੇ। ਲੱਦਾਖ 'ਚ ਸਥਿਤ
ਸਿਆਚਿਨ ਤੇ ਗਲਵਾਨ ਘਾਟੀ 'ਚ -50 ਤੋਂ 60 ਡਿਗਰੀ ਸੈਂਟੀਗ੍ਰੇਡ ਤਾਪਮਾਨ 'ਚ ਸਭ ਕੁਝ ਜਮਾ ਦੇਣ ਵਾਲੀ ਸਰਦੀ ਤੋਂ ਲੈ ਕੇ ਜੈਸਲਮੇਰ 'ਚ 50 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਵਾਲੇ ਤਾਪਮਾਨ 'ਚ ਝੁਲਸਾ ਦੇਣ ਵਾਲੀ ਗਰਮੀ 'ਚ ਧਰਤੀ ਆਕਾਸ਼ ਤੇ ਵਿਸ਼ਾਲ ਤਟੀ ਖੇਤਰਾਂ 'ਚ ਸਾਡੇ ਫੌਜੀ ਜਵਾਨ ਭਾਰਤ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਹਰ ਘੜੀ ਨਿਭਾਉਂਦੇ ਨੇ। ਸਾਡੇ ਸੈਨਿਕਾਂ ਦੀ ਬਹਾਦਰੀ, ਦੇਸ਼ ਪ੍ਰੇਮ ਤੇ ਬਲੀਦਾਨ ਤੇ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਮਾਣ ਹੈ। ਅੰਨ ਸੁਰੱਖਿਆ, ਫੌਜ ਸੁਰੱਖਿਆ, ਕੁਦਰਤੀ ਮੁਸੀਬਤਾਂ ਤੇ ਬਿਮਾਰੀਆਂ ਤੋਂ ਸੁਰੱਖਿਆ ਤੇ ਵਿਕਾਸ ਦੇ ਵੱਖ-ਵੱਖ ਖੇਤਰਾਂ 'ਚ ਸਾਡੇ ਵਿਗਿਆਨਕਾਂ ਨੇ ਆਪਣੇ ਯੋਗਦਾਨ ਨਾਲ ਰਾਸ਼ਟਰੀ ਕੋਸ਼ਿਸ਼ਾਂ ਨੂੰ ਤਾਕਤ ਦਿੱਤੀ ਏ। ਅੰਤਰਿਕਸ਼ ਤੋਂ ਲੈ ਕੇ ਖੇਤ ਖਲਿਆਣ ਤੱਕ, ਸਿੱਖਿਆ ਸੰਸਥਾਵਾਂ ਤੋਂ ਲੈ ਕੇ ਹਸਪਤਾਲਾਂ ਤੱਕ ਵਿਗਿਆਨਕ ਵਰਗ ਨੇ ਸਾਡੀ ਜ਼ਿੰਦਗੀ ਤੇ ਕੰਮਕਾਰ ਨੂੰ ਬਿਹਤਰ ਬਣਾਇਆ ਏ। ਦਿਨ ਰਾਤ ਮਿਹਨਤ ਕਰਦੇ ਹੋਏ ਕੋਰੋਨਾ ਵਾਇਰਸ ਨੂੰ ਡੀਕੋਡ ਕਰਕੇ ਤੇ ਬਹੁਤ ਹੀ ਘੱਟ ਸਮੇਂ 'ਚ ਵੈਕਸੀਨ ਨੂੰ ਤਿਆਰ ਕਰਕੇ ਸਾਡੇ ਵਿਗਿਆਨਕਾਂ ਨੇ ਪੂਰੀ ਮਨੁੱਖਤਾ ਦੇ ਕਲਿਆਣ ਹਿੱਤ ਇੱਕ ਨਵਾਂ ਇਤਿਹਾਸ ਸਿਰਜਿਆ ਏ। ਦੇਸ਼ 'ਚ ਇਸ ਮਹਾਮਾਰੀ 'ਤੇ ਕਾਬੂ ਪਾਉਣ 'ਚ ਤੇ ਵਿਕਸਿਤ ਦੇਸ਼ਾਂ ਦੀ ਤੁਲਨਾ 'ਚ ਮੌਤ ਦਰ ਨੂੰ ਸੀਮਿਤ ਰੱਖਣ ਵਿੱਚ ਵੀ ਸਾਡੇ ਵਿਗਿਆਨਕਾਂ ਨੇ ਡਾਕਟਰਾਂ, ਪ੍ਰਸ਼ਾਸਨ ਤੇ ਹੋਰ ਲੋਕਾਂ ਨਾਲ ਮਿਲ ਕੇ ਬੇਸ਼ਕੀਮਤੀ ਯੋਗਦਾਨ ਦਿੱਤਾ ਏ। ਇਸ ਤਰ੍ਹਾਂ ਸਾਡੇ ਸਾਰੇ ਕਿਸਾਨ, ਜਵਾਨ ਤੇ ਵਿਗਿਆਨਕ ਵਿਸ਼ੇਸ਼ ਵਧਾਈ ਦੇ ਪਾਤਰ ਨੇ ਤੇ ਆਭਾਰੀ ਰਾਸ਼ਟਰ ਗਣਤੰਤਰ ਦਿਵਸ ਦੇ ਸ਼ੁਭ ਮੌਕੇ 'ਤੇ ਇਹਨਾਂ ਸਾਰਿਆਂ ਦਾ ਸਵਾਗਤ ਕਰਦਾ ਹੈ। ਪਿਆਰੇ ਦੇਸ਼ ਵਾਸੀਓ, ਪਿਛਲੇ ਸਾਲ ਜਦੋਂ ਪੂਰੀ ਮਨੁੱਖਤਾ ਇੱਕ ਭਾਰੀ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਠਹਿਰ ਜਿਹੀ ਗਈ ਸੀ, ਉਸ ਦੌਰਾਨ ਮੈਂ ਭਾਰਤੀ ਸੰਵਿਧਾਨ ਦੇ ਮੂਲ ਤੱਤਾਂ 'ਤੇ ਵਿਚਾਰ ਕਰਦਾ ਰਿਹਾ। ਮੇਰਾ ਮੰਨਣਾ ਕਿ ਭਾਈਚਾਰੇ ਦੇ ਸਾਡੇ ਸੰਵਿਧਾਨਕ ਆਦਰਸ਼ਾਂ ਦੇ ਬਲਬੂਤੇ 'ਤੇ ਹੀ ਇਸ ਮੁਸੀਬਤ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰਨਾ ਸੰਭਵ ਹੋ ਸਕਿਆ ਹੈ। ਕੋਰੋਨਾ ਵਾਇਰਸ ਰੂਪੀ ਦੁਸ਼ਮਣ ਦੇ ਸਨਮੁਖ ਦੇਸ਼ ਵਾਸੀਆਂ ਨੇ ਪਰਿਵਾਰ ਵਾਂਗ ਇਕਜੁੱਟ ਹੋ ਕੇ ਮਿਸਾਲੀ ਤਿਆਗ, ਸੇਵਾ ਤੇ ਬਲੀਦਾਨ ਦਾ ਪਰਿਚੈ ਦਿੰਦੇ ਹੋਏ ਇੱਕ ਦੂਜੇ ਦੀ ਰੱਖਿਆ ਕੀਤੀ ਹੈ। ਮੈਂ ਇੱਥੇ ਉਹਨਾਂ ਡਾਕਟਰਾਂ, ਨਰਸਾਂ, ਸਿਹਤ ਕਰਮੀਆਂ ਤੇ ਸਿਹਤ ਸੇਵਾਵਾਂ ਨਾਲ ਜੁੜੇ ਪ੍ਰਬੰਧਕਾਂ ਤੇ ਸਫਾਈ ਕਾਮਿਆਂ ਦਾ ਜ਼ਿਕਰ ਕਰਨਾ ਚਾਹੁੰਦਾ, ਜਿਨ੍ਹਾਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਪੀੜਤਾਂ ਦੀ ਦੇਖਭਾਲ ਕੀਤੀ। ਬਹੁਤਿਆਂ ਨੇ ਤਾਂ ਆਪਣੀ ਜਾਨ ਵੀ ਗਵਾ ਦਿੱਤੀ। ਇਹਨਾਂ ਦੇ ਨਾਲ-ਨਾਲ ਇਸ ਮਹਾਮਾਰੀ ਨੇ ਦੇਸ਼ ਦੇ ਲਗਭਗ 1.5 ਲੱਖ ਨਾਗਰਿਕਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਉਹਨਾਂ ਸਾਰਿਆਂ ਦੇ ਸੋਗ 'ਚ ਡੁੱਬੇ ਪਰਿਵਾਰਾਂ ਪ੍ਰਤੀ ਮੈਂ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ। ਕੋਰੋਨਾ ਦੇ ਮੋਰਚੇ 'ਤੇ ਪਹਿਲੀ ਕਤਾਰ ਦੇ ਯੋਧਿਆਂ ਦੇ ਰੂਪ 'ਚ ਸਾਡੇ ਸਧਾਰਨ ਨਾਗਰਿਕਾਂ ਨੇ ਅਸਾਧਾਰਨ ਯੋਗਦਾਨ ਦਿੱਤਾ ਹੈ। ਆਉਣ ਵਾਲੀਆਂ ਪੀੜ੍ਹੀਆਂ ਦੇ ਲੋਕ ਜਦੋਂ ਇਸ ਦੌਰ ਦਾ ਇਤਿਹਾਸ ਜਾਣਨਗੇ ਤਾਂ ਇਸ ਅਚਨਚੇਤੀ ਮੁਸੀਬਤ ਦਾ ਜਿਸ ਬਹਾਦਰੀ ਨਾਲ ਤੁਸੀਂ ਸਾਰਿਆਂ ਨੇ ਸਾਹਮਣਾ ਕੀਤਾ ਹੈ, ਉਹਦੇ ਪ੍ਰਤੀ ਉਹ ਸ਼ਰਧਾ ਨਾਲ ਸਿਰ ਝੁਕਾਉਣਗੇ। ਭਾਰਤ ਦੀ ਸੰਘਣੀ ਆਬਾਦੀ, ਸੰਸਕ੍ਰਿਤਿਕ ਪਰੰਪਰਾਵਾਂ ਦੀ ਵਿਭਿੰਨਤਾ ਤੇ ਪ੍ਰਕਿਰਤਿਕ ਤੇ ਭੂਗੋਲਿਕ ਚੁਣੌਤੀਆਂ ਕਾਰਨ ਕੋਵਿਡ ਦੇ ਬਚਾਅ ਦੇ ਉਪਾਅ ਕਰਨਾ ਸਾਡੇ ਸਾਰਿਆਂ ਲਈ ਕਿਤੇ ਜ਼ਿਆਦਾ ਚੁਣੌਤੀ ਭਰਿਆ ਕੰਮ ਸੀ। ਚੁਣੌਤੀਆਂ ਦੇ ਬਾਵਜੂਦ ਇਸ ਵਾਇਰਸ ਦੇ ਪ੍ਰਕੋਪ ਉੱਤੇ ਕਾਬੂ ਪਾਉਣ ਵਿੱਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਰਹੇ ਹਾਂ। ਇਸ ਗੰਭੀਰ ਮੁਸੀਬਤ ਦੇ ਬਾਵਜੂਦ ਅਸੀਂ ਅਨੇਕ ਖੇਤਰਾਂ 'ਚ ਆਪਣੀਆਂ ਗਤੀਵਿਧੀਆਂ ਨੂੰ ਸਫਲਤਾਪੂਰਵਕ ਅੱਗੇ ਵਧਾਇਆ ਹੈ। ਇਸ ਮਹਾਮਾਰੀ ਕਾਰਨ ਸਾਡੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਦੀ ਸਿੱਖਿਆ ਪ੍ਰਕਿਰਿਆ ਵਿੱਚ ਰੁਕਾਵਟ ਦਾ ਖਤਰਾ ਪੈਦਾ ਹੋ ਗਿਆ ਸੀ, ਪਰੰਤੂ ਸਾਡੇ ਸੰਸਥਾਨਾਂ ਤੇ ਅਧਿਆਪਕਾਂ ਨੇ ਨਵੀਂ ਤਕਨੀਕ ਨੂੰ ਜਲਦੀ ਅਪਣਾ ਕੇ ਇਹ ਸੁਨਿਸ਼ਚਿਤ ਕੀਤਾ ਕਿ ਵਿਦਿਆਰਥੀਆਂ ਦੀ ਸਿੱਖਿਆ ਨਿਰੰਤਰ ਚੱਲਦੀ ਰਹੇ। ਬਿਹਾਰ ਵਰਗੀ ਸੰਘਣੀ ਆਬਾਦੀ ਵਾਲੇ ਰਾਜ ਤੇ ਜੰਮੂ ਕਸ਼ਮੀਰ ਤੇ ਲੱਦਾਖ ਵਰਗੇ ਮੁਸ਼ਕਿਲਾਂ ਤੇ ਚੁਣੌਤੀ ਭਰੇ ਖੇਤਰਾਂ 'ਚ ਸੁਤੰਤਰ
ਬਿਨਾਂ ਭੇਦਭਾਵ ਤੇ ਸੁਰੱਖਿਅਤ ਚੋਣਾਂ ਕਰਵਾਉਣਾ ਸਾਡੇ ਲੋਕਤੰਤਰ ਤੇ ਚੋਣ ਆਯੋਗ ਦੀ ਸਲਾਹੁਣਯੋਗ ਉਪਲਬਧੀ ਰਹੀ ਹੈ। ਤਕਨੀਕ ਦੀ ਸਹਾਇਤਾ ਨਾਲ ਨਿਆਂਪਾਲਕਾਂ ਨੇ ਨਿਆਂ ਦੇਣ ਦੀ ਪ੍ਰਕਿਰਿਆ ਜਾਰੀ ਰੱਖੀ। ਇਹੋ ਜਿਹੀਆਂ ਉਪਲਬਧੀਆਂ ਦੀ ਸੂਚੀ ਵੱਡੀ ਹੈ। ਆਰਥਿਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਅਨਲੌਕਿੰਗ ਦੀ ਪ੍ਰਕਿਰਿਆ ਨੂੰ ਸਾਵਧਾਨੀ ਨਾਲ ਕਦਮ ਦਰ ਕਦਮ ਤਰੀਕੇ ਨਾਲ ਲਾਗੂ ਕੀਤਾ ਗਿਆ। ਇਹ ਤਰੀਕਾ ਕਾਰਗਰ ਸਿੱਧ ਹੋਇਆ ਤੇ ਅਰਥ ਵਿਵਸਥਾ ਵਿੱਚ ਫਿਰ ਤੋਂ ਮਜ਼ਬੂਤੀ ਦੇ ਸੰਕੇਤ ਦਿਖਾਈ ਦੇਣ ਲੱਗੇ ਨੇ। ਹਾਲ ਹੀ ਵਿੱਚ ਦਰਜ ਕੀਤਾ ਗਿਆ GST ਦਾ ਰਿਕਾਰਡ ਵਾਧਾ ਤੇ ਵਿਦੇਸ਼ੀ ਨਿਵੇਸ਼ ਲਈ ਦਿਲ ਖਿੱਚਵੀਂ ਅਰਥ ਵਿਵਸਥਾ ਦੇ ਰੂਪ ਵਿੱਚ ਭਾਰਤ ਦਾ ਉੱਭਰਨਾ ਤੇਜ਼ੀ ਨਾਲ ਹੋ ਰਹੀ ਸਾਡੀ ਆਰਥਿਕ ਪੂਰਤੀ ਦੇ ਸੂਚਕ ਨੇ। ਸਰਕਾਰ ਨੇ ਮੱਧਮ ਤੇ ਲਘੂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਹੈ। ਆਸਾਨ ਕਰਜ਼ ਉਪਲਬਧ ਕਰਕੇ ਉੱਦਮਸ਼ੀਲਤਾ ਨੂੰ ਵਧਾਵਾ ਦਿੱਤਾ ਹੈ ਤੇ ਵਪਾਰ 'ਚ ਇਨੋਵੇਸ਼ਨ ਨੂੰ ਪ੍ਰੇਰਿਤ ਕਰਨ ਲਈ ਕਈ ਕਦਮ ਚੁੱਕੇ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਬੀਤੇ ਸਾਲ ਦੀਆਂ ਉਲਟ ਪਰਿਸਥਿਤੀਆਂ ਨੇ ਸਾਡੇ ਉਹਨਾਂ ਸੰਸਕਾਰਾਂ ਨੂੰ ਜਗਾਇਆ ਹੈ ਜਿਹੜੇ ਸਾਡੇ ਲੋਕਾਂ ਦੇ ਦਿਲਾਂ 'ਚ ਹਮੇਸ਼ਾ ਹੀ ਵਸਦੇ ਰਹੇ ਨੇ। ਵਕਤ ਦੀ ਮੰਗ ਦੇ ਅਨੁਸਾਰ ਸਾਡੇ ਦੇਸ਼ ਵਾਸੀਆਂ ਨੇ ਹਰ ਖੇਤਰ 'ਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਤੇ ਆਪਣੇ ਤੋਂ ਪਹਿਲਾਂ ਦੂਜਿਆਂ ਦੇ ਹਿੱਤ ਨੂੰ ਪਹਿਲ ਦਿੱਤੀ। ਸਮੁੱਚੀ ਮਨੁੱਖਤਾ ਲਈ ਹਮਦਰਦੀ, ਸੇਵਾ ਤੇ ਭਾਈਚਾਰੇ ਦੀਆਂ ਇਹਨਾਂ ਡੂੰਘੀਆਂ ਭਾਵਨਾਵਾਂ ਨੇ ਹੀ ਹਜ਼ਾਰਾਂ ਸਾਲਾਂ ਤੋਂ ਸਾਨੂੰ ਇਕਜੁੱਟ ਬਣਾਈ ਰੱਖਿਆ ਹੈ। ਅਸੀਂ ਭਾਰਤ ਵਾਸੀ ਮਨੁੱਖਤਾ ਲਈ ਜਿਉਂਦੇ ਵੀ ਹਾਂ ਤੇ ਮਰਦੇ ਵੀ ਹਾਂ। ਇਹਨਾਂ ਭਾਰਤੀ ਆਦਰਸ਼ਾਂ ਨੂੰ ਮਹਾਨ ਕਵੀ ਮੈਥਿਲੀ ਸ਼ਰਨ ਗੁਪਤ ਨੇ ਇਹਨਾਂ ਸ਼ਬਦਾਂ 'ਚ ਦਰਸਾਇਆ ਹੈ। ਉਸੀ ਉਦਾਰ ਕੀ ਸਦਾ सजीव कीर्ति कूजती तथा उसी उदार को समस्त सृष्टि पूजती अखंड आत्मभाव जो असीम विश्व में भरे वही मनुष्य है कि जो मनुष्य के लिए मरे। मैनू यकीन है कि मानवता दे लई अथाह प्यार ते बलिदान दी ये भावना साडे देश नूं तरक्की दे सिखर ते लैके जाएगी। ਮੇਰੇ ਵਿਚਾਰ 'ਚ ਸੰਨ 2020 ਨੂੰ ਸਬਕ ਦੇਣ ਵਾਲਾ ਵਰ੍ਹਾ ਮੰਨਣਾ ਚਾਹੀਦਾ ਹੈ। ਪਿਛਲੇ ਸਾਲ ਦੌਰਾਨ ਕੁਦਰਤ ਨੇ ਬਹੁਤ ਘੱਟ ਸਮੇਂ 'ਚ ਹੀ ਆਪਣਾ ਸਾਫ਼ ਸੁਥਰਾ ਤੇ ਨਿਰਮਲ ਸਰੂਪ ਦੁਬਾਰਾ ਪ੍ਰਾਪਤ ਕਰ ਲਿਆ ਸੀ। ਅਜਿਹਾ ਸਾਫ਼ ਸੁਥਰਾ ਤੇ ਪ੍ਰਕਿਰਤਿਕ ਸੁਹੱਪਣ ਬਹੁਤ ਦੇਰ ਬਾਅਦ ਦੇਖਣ ਨੂੰ ਮਿਲਿਆ। ਇਸ ਤਰ੍ਹਾਂ ਪ੍ਰਕਿਰਤੀ ਨੇ ਇਹ ਸਪਸ਼ਟ ਸੁਨੇਹਾ ਦਿੱਤਾ ਕਿ ਛੋਟੇ-ਛੋਟੇ ਯਤਨ ਸਿਰਫ ਮਜਬੂਰੀ ਨਹੀਂ ਬਲਕਿ ਵੱਡੇ ਯਤਨਾਂ ਦੇ ਪੂਰਕ ਹੁੰਦੇ ਨੇ। ਮੈਨੂੰ ਯਕੀਨ ਹੈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਮਹਾਂਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਦੇ ਉਦੇਸ਼ ਨਾਲ ਜਲਵਾਯੂ ਪਰਿਵਰਤਨ ਦੇ ਮੁੱਦੇ ਨੂੰ ਵਿਸ਼ਵ ਪੱਧਰ 'ਤੇ ਪਹਿਲ ਦਿੱਤੀ ਜਾਏਗੀ। ਪਿਆਰੇ ਦੇਸ਼ ਵਾਸੀਓ, ਮੁਸੀਬਤ ਨੂੰ ਮੌਕੇ 'ਚ ਬਦਲਦੇ ਹੋਏ ਪ੍ਰਧਾਨ ਮੰਤਰੀ ਨੇ ਆਤਮ ਨਿਰਭਰ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ। ਸਾਡਾ ਜੀਵੰਤ ਲੋਕਤੰਤਰ, ਸਾਡੇ ਕਰਮਯੋਗੀ ਤੇ ਪ੍ਰਤਿਭਾਸ਼ੀਲ ਦੇਸ਼ਵਾਸੀ, ਖਾਸ ਕਰਕੇ ਸਾਡੀ ਨੌਜਵਾਨ ਆਬਾਦੀ ਆਤਮ ਨਿਰਭਰ ਭਾਰਤ ਦੇ ਨਿਰਮਾਣ ਦੇ ਸਾਡੇ ਯਤਨਾਂ ਨੂੰ ਊਰਜਾ ਪ੍ਰਦਾਨ ਕਰ ਰਹੇ ਨੇ। ਵਸਤਾਂ ਤੇ ਸੇਵਾਵਾਂ ਲਈ ਸਾਡੇ ਦੇਸ਼ ਵਾਸੀਆਂ ਦੀ ਮੰਗ ਨੂੰ ਪੂਰਾ ਕਰਨ ਦੇ ਘਰੇਲੂ ਯਤਨਾਂ ਰਾਹੀਂ ਇਹਨਾਂ ਯਤਨਾਂ ਵਿੱਚ ਆਧੁਨਿਕ ਤਕਨੀਕ ਦੇ ਪ੍ਰਯੋਗ ਨਾਲ ਵੀ ਇਸ ਅਭਿਆਨ ਨੂੰ ਸ਼ਕਤੀ ਮਿਲ ਰਹੀ ਹੈ। ਇਸ ਅਭਿਆਨ ਤਹਿਤ ਮਾਈਕਰੋ, ਸਮਾਲ ਤੇ ਮੀਡੀਅਮ ਐਂਟਰਪ੍ਰਾਈਜ਼ਜ਼ ਨੂੰ ਵਧਾਵਾ ਦੇ ਕੇ ਤੇ ਸਟਾਰਟਅਪ ਈਕੋਸਿਸਟਮ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਕੇ ਆਰਥਿਕ ਵਿਕਾਸ ਦੇ ਨਾਲ-ਨਾਲ ਰੁਜ਼ਗਾਰ ਪੈਦਾ ਕਰਨ ਲਈ ਵੀ ਕਦਮ ਚੁੱਕੇ ਗਏ ਨੇ। ਆਤਮ ਨਿਰਭਰ ਭਾਰਤ ਅਭਿਆਨ ਇੱਕ ਜਨ ਅੰਦੋਲਨ ਦਾ ਰੂਪ ਲੈ ਰਿਹਾ ਹੈ। ਇਹ ਅਭਿਆਨ ਸਾਡੇ ਉਹਨਾਂ ਰਾਸ਼ਟਰੀ ਸੰਕਲਪਾਂ ਨੂੰ ਪੂਰਾ ਕਰਨ 'ਚ ਵੀ ਸਹਾਇਕ ਹੋਏਗਾ ਜਿਨ੍ਹਾਂ ਨੂੰ ਅਸੀਂ ਨਵ ਭਾਰਤ ਦੀ ਪਰਿਕਲਪਨਾ ਤਹਿਤ ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਤੱਕ ਯਾਨੀ ਸੰਨ 2022 ਤੱਕ ਹਾਸਿਲ ਕਰਨ ਦਾ ਟੀਚਾ ਰੱਖਿਆ ਹੈ। ਹਰ ਪਰਿਵਾਰ ਦੀਆਂ ਬੁਨਿਆਦੀ ਸੁਵਿਧਾਵਾਂ ਅਨੁਸਾਰ ਪੱਕਾ ਮਕਾਨ ਦਿਵਾਉਣ ਤੋਂ ਲੈ ਕੇ
ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਤੱਕ ਇਹੋ ਜਿਹੇ ਮਹੱਤਵਪੂਰਨ ਟੀਚਿਆਂ ਵੱਲ ਵਧਦੇ ਹੋਏ ਅਸੀਂ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਇਤਿਹਾਸਕ ਪੜਾਅ ਤੱਕ ਪਹੁੰਚਾਂਗੇ। ਨਵੇਂ ਸਮਾਜ ਦੇ ਸਮਾਵੇਸ਼ੀ ਸਮਾਜ ਦਾ ਨਿਰਮਾਣ ਕਰਨ ਲਈ ਅਸੀਂ ਸਿੱਖਿਆ, ਸਿਹਤ, ਪੋਸ਼ਣ, ਵਾਂਝੇ ਵਰਗਾਂ ਦੇ ਉਭਾਰ ਅਤੇ ਔਰਤਾਂ ਦੇ ਕਲਿਆਣ ਉੱਤੇ ਵਿਸ਼ੇਸ਼ ਧਿਆਨ ਦੇ ਰਹੇ ਹਾਂ। ਸਾਡੀ ਇਹ ਮਾਨਤਾ ਹੈ ਕਿ ਉਲਟ ਹਾਲਾਤਾਂ ਨਾਲ ਕੋਈ ਨਾ ਕੋਈ ਸਬਕ ਮਿਲਦਾ ਹੈ। ਉਹਨਾਂ ਦਾ ਸਾਹਮਣਾ ਕਰਨ ਨਾਲ ਸਾਡੀ ਸ਼ਕਤੀ ਅਤੇ ਆਤਮ ਵਿਸ਼ਵਾਸ 'ਚ ਵਾਧਾ ਹੁੰਦਾ ਹੈ। ਇਸ ਆਤਮ ਵਿਸ਼ਵਾਸ ਨਾਲ ਭਾਰਤ ਨੇ ਕਈ ਖੇਤਰਾਂ 'ਚ ਵੱਡੇ ਵੱਡੇ ਕਦਮ ਚੁੱਕੇ ਨੇ। ਪੂਰੀ ਗਤੀ ਨਾਲ ਅੱਗੇ ਵਧ ਰਹੇ ਸਾਡੇ ਆਰਥਿਕ ਸੁਧਾਰਾਂ ਦੇ ਪੂਰਕ ਦੇ ਰੂਪ 'ਚ ਨਵੇਂ ਕਾਨੂੰਨ ਬਣਾ ਕੇ ਖੇਤੀ ਅਤੇ ਮਜ਼ਦੂਰੀ ਦੇ ਖੇਤਰਾਂ 'ਚ ਇਹੋ ਜਿਹੇ ਸੁਧਾਰ ਕੀਤੇ ਗਏ ਨੇ ਜਿਹੜੇ ਲੰਮੇ ਸਮੇਂ ਤੋਂ ਅੱਖੋਂ ਪਰੋਖੇ ਸਨ। ਸ਼ੁਰੂ 'ਚ ਇਹਨਾਂ ਸੁਧਾਰਾਂ ਦੇ ਵਿਸ਼ੇ 'ਚ ਭਰਮ ਪੈਦਾ ਹੋ ਸਕਦੇ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨਾਂ ਦੇ ਹਿੱਤ ਲਈ ਸਰਕਾਰ ਪੂਰੀ ਤਰ੍ਹਾਂ ਸਮਰਪਿਤ ਹੈ। ਸੁਧਾਰਾਂ ਦੇ ਸਬੰਧ 'ਚ ਸਿੱਖਿਆ ਦੇ ਖੇਤਰ 'ਚ ਕੀਤੇ ਗਏ ਵਿਆਪਕ ਸੁਧਾਰ ਗੌਰਤਲਬ ਨੇ। ਇਹ ਸੁਧਾਰ ਵੀ ਲੰਮੇ ਸਮੇਂ ਤੋਂ ਅਣਗੌਲੇ ਸਨ। ਇਹ ਵੀ ਖੇਤੀ ਅਤੇ ਮਜ਼ਦੂਰੀ ਸੁਧਾਰਾਂ ਵਾਂਗ ਹੀ ਮਹੱਤਵਪੂਰਨ ਨੇ, ਪਰ ਕਿਤੇ ਵੱਡੀ ਸੰਖਿਆ 'ਚ ਲੋਕਾਂ ਦੇ ਜੀਵਨ ਨੂੰ ਸਿੱਧੇ ਪ੍ਰਭਾਵਿਤ ਕਰਨ ਵਾਲੇ ਨੇ। ਸੰਨ 2020 'ਚ ਘੋਸ਼ਿਤ ਰਾਸ਼ਟਰੀ ਸਿੱਖਿਆ ਨੀਤੀ 'ਚ ਤਕਨਾਲੋਜੀ ਦੇ ਨਾਲ ਪਰੰਪਰਾ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ। ਇਹਦੇ ਰਾਹੀਂ ਇੱਕ ਅਜਿਹੇ ਨਵੇਂ ਭਾਰਤ ਦੀ ਨੀਂਹ ਰੱਖੀ ਗਈ ਜੋ ਅੰਤਰਰਾਸ਼ਟਰੀ ਮੰਚ ਉੱਤੇ ਗਿਆਨ ਕੇਂਦਰ ਦੇ ਰੂਪ 'ਚ ਉੱਭਰਨ ਦੀ ਇੱਛਾ ਰੱਖਦਾ ਹੈ। ਨਵੀਂ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਵਿਕਸਿਤ ਕਰੇਗੀ ਅਤੇ ਉਹਨਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਏਗੀ। ਸਾਰੇ ਖੇਤਰਾਂ 'ਚ ਸੰਕਲਪ ਅਤੇ ਦ੍ਰਿੜਤਾ ਨਾਲ ਅੱਗੇ ਵੱਧਦੇ ਜਾਣ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਨੇ। ਕੋਰੋਨਾ ਦੀ ਲਗਭਗ 1 ਸਾਲ ਦੀ ਅਚਨਚੇਤ ਅਗਨੀ ਪ੍ਰੀਖਿਆ ਦੇ ਬਾਵਜੂਦ ਭਾਰਤ ਨਿਰਾਸ਼ ਨਹੀਂ ਹੋਇਆ, ਬਲਕਿ ਆਤਮ ਵਿਸ਼ਵਾਸ ਨਾਲ ਭਰਪੂਰ ਹੋ ਕੇ ਉੱਭਰਿਆ ਹੈ। ਸਾਡੇ ਦੇਸ਼ 'ਚ ਆਰਥਿਕ ਮੰਦੀ ਥੋੜ੍ਹੇ ਸਮੇਂ ਲਈ ਹੀ ਰਹੀ। ਹੁਣ ਸਾਡੀ ਅਰਥ ਵਿਵਸਥਾ ਦੁਬਾਰਾ ਗਤੀਸ਼ੀਲ ਹੋ ਗਈ ਹੈ। ਆਤਮ ਨਿਰਭਰ ਭਾਰਤ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਪਣੀ ਖੁਦ ਦੀ ਵੈਕਸੀਨ ਵੀ ਬਣਾ ਲਈ ਹੈ। ਹੁਣ ਵਿਸ਼ਾਲ ਪੱਧਰ ਉੱਤੇ ਟੀਕਾਕਰਨ ਦਾ ਜਿਹੜਾ ਅਭਿਆਨ ਚੱਲ ਰਿਹਾ ਹੈ, ਉਹ ਇਤਿਹਾਸ 'ਚ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਕੰਮ ਹੋਏਗਾ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪ੍ਰਸ਼ਾਸਨ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਲੋਕ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੇ ਨੇ। ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਸਾਰੇ ਵੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੀ ਚੰਗੀ ਸਿਹਤਯਾਬੀ ਲਈ ਵੈਕਸੀਨ ਰੂਪੀ ਸੰਜੀਵਨੀ ਦਾ ਫਾਇਦਾ ਜ਼ਰੂਰ ਲਓ ਅਤੇ ਇਹਨੂੰ ਜ਼ਰੂਰ ਲਗਵਾਓ। ਤੁਹਾਡੀ ਸਿਹਤ ਹੀ ਤੁਹਾਡੀ ਤਰੱਕੀ ਦੇ ਰਸਤੇ ਖੋਲ੍ਹਦੀ ਹੈ। ਅੱਜ ਭਾਰਤ ਨੂੰ ਸਹੀ ਅਰਥਾਂ 'ਚ ਫਾਰਮੇਸੀ ਆਫ ਦਾ ਵਰਲਡ ਕਿਹਾ ਜਾ ਰਿਹਾ, ਕਿਉਂਕਿ ਅਸੀਂ ਅਨੇਕਾਂ ਦੇਸ਼ਾਂ ਦੇ ਲੋਕਾਂ ਦੀ ਪੀੜ ਨੂੰ ਘੱਟ ਕਰਨ ਅਤੇ ਮਹਾਂਮਾਰੀ ਉੱਤੇ ਕਾਬੂ ਪਾਉਣ ਲਈ ਦਵਾਈਆਂ ਅਤੇ ਸਿਹਤ ਸੇਵਾਵਾਂ ਦੇ ਹੋਰ ਉਪਕਰਨ ਸੰਸਾਰ ਦੇ ਕੋਨੇ-ਕੋਨੇ ਵਿੱਚ ਉਪਲਬਧ ਕਰਵਾਉਂਦੇ ਰਹੇ ਹਾਂ। ਹੁਣ ਅਸੀਂ ਵੈਕਸੀਨ ਵੀ ਦੂਜੇ ਦੇਸ਼ਾਂ ਨੂੰ ਉਪਲਬਧ ਕਰਵਾ ਰਹੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਪਿਛਲੇ ਸਾਲ ਕਈ ਮੋਰਚਿਆਂ ਉੱਤੇ ਅਨੇਕਾਂ ਚੁਣੌਤੀਆਂ ਸਾਡੇ ਸਾਹਮਣੇ ਆਈਆਂ। ਸਾਨੂੰ ਆਪਣੀਆਂ ਸਰਹੱਦਾਂ ਉੱਤੇ ਵਿਸਥਾਰਵਾਦੀ ਗਤੀਵਿਧੀਆਂ ਦਾ ਸਾਹਮਣਾ ਕਰਨਾ ਪਿਆ, ਪਰ ਸਾਡੇ ਬਹਾਦਰ ਸੈਨਿਕਾਂ ਨੇ ਉਹਨਾਂ ਨੂੰ ਨਾਕਾਮ ਕਰ ਦਿੱਤਾ। ਇੱਦਾਂ ਕਰਦੇ ਹੋਏ ਸਾਡੇ 20 ਜਵਾਨ ਵੀਰ ਗਤੀ ਨੂੰ ਪ੍ਰਾਪਤ ਹੋ ਗਏ। ਸਾਰੇ ਦੇਸ਼ ਵਾਸੀ ਉਹਨਾਂ ਅਮਰ ਜਵਾਨਾਂ ਪ੍ਰਤੀ ਆਭਾਰੀ ਨੇ। ਹਾਲਾਂਕਿ ਅਸੀਂ ਸ਼ਾਂਤੀ ਲਈ ਆਪਣੀ ਪ੍ਰਤੀਬੱਧਤਾ ਉੱਤੇ ਅਟਲ ਹਾਂ, ਫਿਰ ਵੀ ਸਾਡੀ ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਸਾਡੀ ਸੁਰੱਖਿਆ ਦੇ ਵਿਰੁੱਧ ਕਿਸੇ ਵੀ ਦੁਰਸਾਹਸ ਨੂੰ ਅਸਫਲ ਕਰਨ ਲਈ ਪੂਰੀ ਤਿਆਰੀ ਨਾਲ ਤਾਇਨਾਤ ਨੇ। ਹਰੇਕ ਹਾਲਾਤ 'ਚ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਲਈ ਅਸੀਂ ਪੂਰੀ ਤਰ੍ਹਾਂ ਸਮਰੱਥ ਹਾਂ। ਭਾਰਤ ਦੇ ਸਾਫ਼, ਦ੍ਰਿੜ ਅਤੇ ਸਿਧਾਂਤ ਭਰਪੂਰ ਰਵੱਈਏ ਦੇ ਵਿਸ਼ੇ 'ਚ
ਅੰਤਰਰਾਸ਼ਟਰੀ ਸਮੁਦਾਇ ਭਲੀ ਭਾਂਤ ਜਾਣੂ ਹੈ। ਭਾਰਤ ਤਰੱਕੀ ਦੀ ਰਾਹ ਉੱਤੇ ਅੱਗੇ ਵਧਦੇ ਹੋਏ ਵਿਸ਼ਵ ਸਮੁਦਾਇ 'ਚ ਆਪਣਾ ਉਚਿਤ ਸਥਾਨ ਬਣਾ ਰਿਹਾ ਹੈ। ਪਿਛਲੇ ਕੁਝ ਸਾਲਾਂ 'ਚ ਭਾਰਤ ਦਾ ਪ੍ਰਭਾਵ ਖੇਤਰ ਹੋਰ ਜ਼ਿਆਦਾ ਫੈਲਿਆ ਹੈ ਅਤੇ ਇਹਦੇ 'ਚ ਵਿਸ਼ਵ ਦੇ ਵਿਆਪਕ ਖੇਤਰ ਸ਼ਾਮਿਲ ਹੋਏ ਨੇ। ਜਿਸ ਅਸਾਧਾਰਨ ਸਮਰਥਨ ਦੇ ਨਾਲ ਇਸ ਸਾਲ ਭਾਰਤ ਨੇ ਅਸਥਾਈ ਮੈਂਬਰ ਦੇ ਰੂਪ 'ਚ ਸੁਰੱਖਿਆ ਪਰਿਸ਼ਦ ਵਿੱਚ ਪ੍ਰਵੇਸ਼ ਕੀਤਾ ਹੈ, ਉਹ ਇਸ ਵੱਧਦੇ ਪ੍ਰਭਾਵ ਦਾ ਸੂਚਕ ਹੈ। ਵਿਸ਼ਵ ਪੱਧਰ ਉੱਤੇ ਰਾਜਨੇਤਾਵਾਂ ਦੇ ਨਾਲ ਸਾਡੇ ਸਬੰਧਾਂ ਦੀ ਗਹਿਰਾਈ ਕਈ ਗੁਣਾ ਵਧੀ ਹੈ। ਆਪਣੇ ਜੀਵੰਤ ਲੋਕਤੰਤਰ ਦੇ ਬਲ ਉੱਤੇ ਭਾਰਤ ਨੇ ਇੱਕ ਜ਼ਿੰਮੇਵਾਰ ਅਤੇ ਭਰੋਸੇਯੋਗ ਰਾਸ਼ਟਰ ਦੇ ਰੂਪ ਵਿੱਚ ਆਪਣੀ ਸਾਖ ਵਧਾਈ ਹੈ। ਇਸ ਸੰਦਰਭ ਵਿੱਚ ਇਹ ਸਾਡੇ ਸਾਰਿਆਂ ਦੇ ਹਿੱਤ 'ਚ ਹੈ ਕਿ ਅਸੀਂ ਆਪਣੇ ਸੰਵਿਧਾਨ ਵਿੱਚ ਸ਼ਾਮਿਲ ਆਦਰਸ਼ਾਂ ਨੂੰ ਸੂਤਰ ਵਾਕ ਵਾਂਗ ਹਮੇਸ਼ਾ ਯਾਦ ਰੱਖੀਏ। ਮੈਂ ਇਹ ਪਹਿਲੇ ਵੀ ਕਿਹਾ ਅਤੇ ਮੈਂ ਅੱਜ ਵੀ ਇਸ ਗੱਲ ਨੂੰ ਦੁਹਰਾਵਾਂਗਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਚਾਰਾਂ ਉੱਤੇ ਅਮਲ ਕਰਨਾ ਸਾਡੀ ਰੋਜ਼ਮर्रा ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ। ਸਾਨੂੰ ਹਰ ਸੰਭਵ ਕੋਸ਼ਿਸ਼ ਕਰਨੀ ਹੈ ਕਿ ਸਮਾਜ ਦਾ ਇੱਕ ਵੀ ਮੈਂਬਰ ਦੁਖੀ ਜਾਂ ਅਣਗੌਲਿਆ ਨਾ ਰਹਿ ਜਾਏ। ਬਰਾਬਰਤਾ ਸਾਡੇ ਗਣਤੰਤਰ ਦੇ ਮਹਾਨ ਯੱਗ ਦਾ ਬੀਜ ਮੰਤਰ ਹੈ। ਸਮਾਜਿਕ ਬਰਾਬਰੀ ਦਾ ਆਦਰਸ਼ ਹਰੇਕ ਵਿਅਕਤੀ ਦਾ ਆਦਰ ਸੁਨਿਸ਼ਚਿਤ ਕਰਦਾ ਹੈ, ਜਿਹਦੇ 'ਚ ਸਾਡੇ ਪਿੰਡਾਂ ਦੇ ਲੋਕ, ਔਰਤਾਂ, ਅਨੁਸੂਚਿਤ ਜਾਤੀ ਅਤੇ ਜਨਜਾਤੀ ਸਹਿਤ ਪਿਛੜੇ ਕਮਜ਼ੋਰ ਵਰਗਾਂ ਦੇ ਲੋਕ, ਦਿਵਿਆਂਗ ਲੋਕ ਅਤੇ ਬੱਚੇ ਬਜ਼ੁਰਗ ਸਾਰੇ ਸ਼ਾਮਿਲ ਨੇ। ਆਰਥਿਕ ਬਰਾਬਰੀ ਦਾ ਆਦਰਸ਼ ਸਾਰਿਆਂ ਲਈ ਮੌਕੇ ਦੀ ਸਮਾਨਤਾ ਅਤੇ ਪਿੱਛੇ ਰਹਿ ਗਏ ਲੋਕਾਂ ਦੀ ਸਹਾਇਤਾ ਨਿਸ਼ਚਿਤ ਕਰਨ ਦੀ ਸਾਡੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਸਪਸ਼ਟ ਕਰਦਾ ਹੈ। ਹਮਦਰਦੀ ਦੀ ਭਾਵਨਾ ਪਰਉਪਕਾਰ ਦੇ ਕੰਮਾਂ ਨਾਲ ਹੀ ਹੋਰ ਜ਼ਿਆਦਾ ਮਜ਼ਬੂਤ ਹੁੰਦੀ ਹੈ। ਆਪਸੀ ਭਾਈਚਾਰੇ ਦਾ ਨੈਤਿਕ ਆਦਰਸ਼ ਹੀ ਸਾਡੇ ਮਾਰਗਦਰਸ਼ਕ ਦੇ ਰੂਪ 'ਚ ਸਾਡੀ ਭਵਿੱਖ ਦੀ ਸਮੂਹਿਕ ਯਾਤਰਾ ਦਾ ਰਾਹ ਮਜ਼ਬੂਤ ਕਰੇਗਾ। ਸਾਨੂੰ ਸਾਰਿਆਂ ਨੂੰ ਸੰਵਿਧਾਨਕ ਨੈਤਿਕਤਾ ਦੇ ਉਸ ਰਾਹ ਉੱਤੇ ਨਿਰੰਤਰ ਚੱਲਦੇ ਰਹਿਣਾ ਹੈ, ਜਿਸ ਦਾ ਉਲੇਖ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ 4 ਨਵੰਬਰ 1948 ਨੂੰ ਸੰਵਿਧਾਨ ਦੇ ਸਰੂਪ ਨੂੰ ਪੇਸ਼ ਕਰਦੇ ਸਮੇਂ ਸੰਵਿਧਾਨ ਸਭਾ ਦੇ ਆਪਣੇ ਭਾਸ਼ਣ ਵਿੱਚ ਕੀਤਾ ਸੀ। ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਸੰਵਿਧਾਨਕ ਨੈਤਿਕਤਾ ਦਾ ਅਰਥ ਹੈ ਸੰਵਿਧਾਨ ਵਿਚਲੀਆਂ ਕਦਰਾਂ ਕੀਮਤਾਂ ਨੂੰ ਸਰਵਉਚਿਤ ਮੰਨਣਾ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਗਣਤੰਤਰ ਦੀ ਸਥਾਪਨਾ ਦਾ ਤਿਉਹਾਰ ਮਨਾਉਣ ਦੇ ਇਸ ਮੌਕੇ 'ਤੇ ਮੇਰਾ ਧਿਆਨ ਵਿਦੇਸ਼ਾਂ ਵਿੱਚ ਵਸੇ ਆਪਣੇ ਭੈਣ ਭਰਾਵਾਂ ਵੱਲ ਜਾ ਰਿਹਾ ਹੈ। ਪ੍ਰਵਾਸੀ ਭਾਰਤੀ ਸਾਡੇ ਦੇਸ਼ ਦਾ ਮਾਣ ਨੇ। ਦੂਜੇ ਦੇਸ਼ਾਂ ਵਿੱਚ ਵਸੇ ਭਾਰਤੀਆਂ ਨੇ ਵੱਖ-ਵੱਖ ਖੇਤਰਾਂ 'ਚ ਸਫਲਤਾ ਹਾਸਿਲ ਕੀਤੀ ਹੈ। ਉਹਨਾਂ ਵਿੱਚੋਂ ਕੁਝ ਲੋਕ ਰਾਜਨੀਤੀ ਵਿੱਚ ਉੱਚ ਅਹੁਦਿਆਂ ਤੱਕ ਪਹੁੰਚੇ ਨੇ ਅਤੇ ਅਨੇਕਾਂ ਲੋਕ ਵਿਗਿਆਨ, ਕਲਾ, ਸਿੱਖਿਆ, ਸਮਾਜ ਸੇਵਾ ਅਤੇ ਵਪਾਰ ਦੇ ਖੇਤਰਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇ ਰਹੇ ਨੇ। ਤੁਸੀਂ ਸਾਰੇ ਪ੍ਰਵਾਸੀ ਭਾਰਤੀ ਆਪਣੀ ਵਰਤਮਾਨ ਕਰਮ ਭੂਮੀ ਦਾ ਮਾਣ ਵੀ ਵਧਾ ਰਹੇ ਹੋ। ਤੁਹਾਡੇ ਸਾਰਿਆਂ ਦੇ ਪੂਰਵਜਾਂ ਦੀ ਧਰਤੀ ਭਾਰਤ ਤੋਂ ਮੈਂ ਤੁਹਾਨੂੰ ਗਣਤੰਤਰ ਦਿਵਸ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਹਾਂ। ਸਾਡੀ ਹਥਿਆਰਬੰਦ ਫੌਜ, ਅਰਧ ਸੈਨਿਕ ਬਲ ਅਤੇ ਪੁਲਿਸ ਦੇ ਜਵਾਨ ਹਮੇਸ਼ਾ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹੋਏ ਤਿਉਹਾਰ ਮਨਾਉਂਦੇ ਨੇ। ਉਹਨਾਂ ਸਾਰੇ ਜਵਾਨਾਂ ਨੂੰ ਮੈਂ ਵਿਸ਼ੇਸ਼ ਵਧਾਈ ਦਿੰਦਾ ਹਾਂ। ਮੈਂ ਇੱਕ ਵਾਰ ਫਿਰ ਆਪ ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ। ਧੰਨਵਾਦ। ਜੈ ਹਿੰਦ।